ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟਰਾਈ ਸਿਟੀ ਨਿਊਜ਼ 24। ਮੈਂ ਪ੍ਰੀਤ ਸਿੰਘ ਕਾਕੜਾ। ਅੱਜ ਸੈਕਟਰ 38 ਦੇ ਅੰਦਰ ਡੱਡੂ ਮਾਰੇ ਅਸੀਂ ਪਹੁੰਚੇ ਹਾਂ, ਜਿੱਥੇ ਬਹੁਤ ਮੁੱਦਾ ਲਗਾਤਾਰ ਸਰਕਾਰਾਂ ਆਈਆਂ ਤੇ ਗਈਆਂ, ਪਰ ਅੱਜ ਵੀ ਡੰਪਿੰਗ ਗਰਾਊਂਡ ਦਾ ਜਿਹੜਾ ਮੁੱਦਾ ਹੈ ਉਹ ਉੱਥੇ ਦਾ ਉੱਥੇ ਹੀ ਹੈ। ਤੇ ਆਪਾਂ ਗੱਲ ਕਰਦੇ ਹਾਂ ਅੱਜ ਡੱਡੂ ਮਾਰੇ ਦੇ ਅੰਦਰ ਜਿਹੜੇ ਪ੍ਰਤਿਆਸ਼ੀ ਹੈ, ਕਾਂਗਰਸ ਦੇ ਉਮੀਦਵਾਰ ਹੈ ਜਤਿੰਦਰ ਸਿੰਘ ਤੋਤੀ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਤੁਹਾਡਾ ਮੈਨੀਫੈਸਟੋ ਕੀ ਹੈ ਇੱਥੇ? ਮੈਨੀਫੈਸਟੋ ਸਾਡਾ ਇਹ ਹੈ ਜੀ ਵੀ ਅਸੀਂ ਕਿਉਂਕਿ ਡੱਡੂ ਮਾਰਾ ਦੀ ਹਾਲਤ ਜਿਹੜਾ ਖਸਤਾ ਬਹੁਤ ਜ਼ਿਆਦਾ ਖਸਤਾ ਹੋ ਗਈ ਹੈ, ਔਰ ਉਹਨੂੰ ਅਸੀਂ ਸੁਧਾਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਡੰਪਿੰਗ ਗਰਾਊਂਡ ਦਾ ਮਸਲਾ ਹੈ, ਔਰ ਉਸ ਤੋਂ ਬਾਅਦ ਸਾਡੇ ਗਲੀਆਂ ਦਾ ਮਸਲਾ ਹੈ, ਸੀਵਰੇਜ ਦਾ ਮਸਲਾ ਹੈ, ਬਿਜਲੀ ਦੇ ਬਿੱਲਾਂ ਦਾ ਮਸਲਾ ਹੈ, ਪਾਣੀ ਦੇ ਬਿੱਲਾਂ ਦਾ ਮਸਲਾ ਹੈ, ਹੋਰ ਬਹੁਤ ਸਾਰੀਆਂ ਇੱਦਾਂ ਦੀ ਛੋਟੀਆਂ ਬਰੀਕੀਆਂ ਹੈ ਇੱਥੇ ਜੀ, ਜਿਨ੍ਹਾਂ ਨੂੰ ਠੀਕ ਕਰਾਉਣ ਦਾ ਅਸੀਂ ਮੈਨੀਫੈਸਟੋ ਤਿਆਰ ਕੀਤਾ ਹੈ। ਜਿਸ ਤਰ੍ਹਾਂ ਹੋਰ ਪਾਰਟੀਆਂ ਵੀ ਇੱਥੇ ਚੁਣਾਵ ਲੜ ਰਹੀਆਂ ਨੇ, ਲੰਬੇ ਸਮੇਂ ਤੋਂ ਜਿਹੜਾ ਡੰਪਿੰਗ ਗਰਾਊਂਡ ਦਾ ਮੁੱਦਾ ਹੈਗਾ ਉਹ ਸਰਕਾਰਾਂ ਆਈਆਂ ਤੇ ਚਲੇ ਗਈਆਂ। ਜਿਹੜਾ ਡੰਪਿੰਗ ਗਰਾਊਂਡ ਹੈ ਛੋਟੇ ਤੋਂ ਹੁੰਦਾ ਅੱਜ ਲੋਕਾਂ ਦੇ ਘਰ ਤੱਕ ਪਹੁੰਚ ਗਿਆ ਹੈ। ਤੇ ਜੇ ਦੁਬਾਰਾ ਤੁਹਾਡੀ ਸਰਕਾਰ ਆਉਂਦੀ ਹੈ, ਇਹ ਕਿਤੇ ਮੁੱਦਾ ਜਿਹੜਾ ਹੱਲ ਹੈ ਡੱਡੂ ਮਾਰੇ ਦਾ, ਡੰਪਿੰਗ ਗਰਾਊਂਡ ਦਾ ਹੱਲ ਹੋਏਗਾ? ਐਕਚੁਅਲ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਸਾਡੀ ਆਪਣੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਦੋਂ ਐਡਾ ਵੱਡਾ ਪਹਾੜ ਨਹੀਂ ਸੀ ਇਹ। ਉਹਨਾਂ ਨੇ ਬੜਾ ਸਿਸਟਮ ਦੇ ਨਾਲ ਰੱਖਿਆ ਹੈ ਸੀ ਤਾਂ ਕਿ ਜਿਹੜੇ ਇੱਥੇ ਦੇ ਲੋਕ ਰਹਿ ਰਹੇ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਪਰ ਹੁਣ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ, ਉਹਨੇ ਤਾਂ ਐਡਾ ਵੱਡਾ ਪਹਾੜ ਬਣਾ ਦਿੱਤਾ ਹੈ ਕਿ ਹੁਣ ਤਾਂ ਵੈਸੇ ਹੀ ਦੇਖ ਕੇ ਇੱਦਾਂ ਲੱਗਣ ਲੱਗਾ ਕਿ ਸ਼ਾਇਦ ਸ਼ਿਮਲੇ ਦੇ ਵਿੱਚ ਘੁੰਮ ਰਹੇ ਹਾਂ ਜੀ। ਤੇ ਹੋਰ ਵੀ ਕਈ, ਜਦ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ, ਕਈ ਮੁੱਦੇ ਇੱਦਾਂ ਦੇ ਲੋਕ ਦੱਸਦੇ ਹੋਣਗੇ ਤੁਹਾਨੂੰ ਆਪਣੀਆਂ ਪ੍ਰੋਬਲਮਾਂ ਕਿੱਦਾਂ ਦੀਆਂ, ਉਹਨਾਂ ਨੂੰ ਦਿੱਕਤਾਂ ਕਿੱਦਾਂ ਦੀਆਂ? ਪ੍ਰੋਬਲਮ ਜੇ ਤੁਸੀਂ ਇੱਧਰ ਆਪਣਾ ਸਾਡੇ ਬਾਜੀਗਰ ਪਰਿਵਾਰ ਰਹਿੰਦੇ ਇੱਧਰ, ਔਰ ਉਹਨਾਂ ਦੇ ਪਾਸੇ ਤੁਸੀਂ ਜਾਓਗੇ ਤਾਂ ਉਹਨਾਂ ਦਾ ਜਿੰਨਾ ਸੀਵਰੇਜ ਦਾ ਪਾਣੀ ਹੈ ਸਾਰਾ ਉਹਨਾਂ ਦੇ ਘਰਾਂ ਦੇ ਵਿੱਚ ਘੁੰਮ ਰਿਹਾ, ਗਟਰ ਦਾ ਪਾਣੀ, ਔਰ ਉਹ ਇੰਨਾ ਪਰੇਸ਼ਾਨ ਹੈ ਬਹੁਤ ਜ਼ਿਆਦਾ। ਹੋਰ ਜਿੱਦਾਂ ਕਹਿ ਦਈਏ ਬੇਰੁਜ਼ਗਾਰੀ, ਬਹੁਤ ਹੀ ਬੁਰਾ ਹਾਲ, ਲਾਈਟ ਕਿਤੇ ਹੈ ਹੀ ਨਹੀਂ, ਪਾਰਕ ਬਿਲਕੁਲ ਖਤਮ, ਪਾਰਕਾਂ ਦੇ ਵਿੱਚ ਤਾਂ ਕੁਝ ਵੀ ਨਹੀਂ ਹੈ, ਪਾਰਕ ਤਾਂ ਕਹਿਣ ਹੈ ਹੀ ਨਹੀਂ, ਮਤਲਬ ਨਾਮ ਹੀ ਨਹੀਂ ਹੈ ਪਾਰਕ ਦਾ ਕੋਈ। ਹੋਰ ਬਹੁਤ ਸਾਰੀ ਸਮੱਸਿਆ ਸਾਨੂੰ ਲੋਕ ਦੱਸਦੇ ਆ, ਔਰ ਅਸੀਂ ਹੱਲ ਕਰਾਂਗੇ, ਜ਼ਰੂਰ ਜਿੱਤਾਂਗੇ ਔਰ ਕਰਾਂਗੇ ਵੀ ਹੱਲ ਉਹਨਾਂ ਦਾ। ਜੇ ਅਸੀਂ ਡੱਡੂ ਮਾਰੇ ਕਲੋਨੀ ਦੀ ਗੱਲ ਕਰੀਏ, ਇੱਥੇ ਤਾਂ ਚਲੋ ਸੜਕਾਂ ਬਣੀਆਂ ਹੋਈਆਂ ਨੇ, ਪਰ ਜੇ ਡੱਡੂ ਮਾਰੇ ਪਿੰਡ ਦੇ ਅੰਦਰ ਅਸੀਂ ਜਾਂਦੇ ਹਾਂ ਤੇ ਉੱਥੇ ਅੱਜ ਵੀ ਜਿਹੜਾ ਹੈਗਾ, ਜਾਂ ਬਰਸਾਤ ਆ ਜਾਂਦੀ ਹੈ, ਜਿਹੜੀਆਂ ਸੜਕਾਂ ਨੇ ਉੱਥੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਗਲੀਆਂ ਦਾ ਬਹੁਤ ਬੁਰਾ ਹਾਲ ਹੈ। ਤੇ ਕਿੱਦਾਂ ਦੇਖਦੇ ਹੋ ਵੀ ਜਦ ਤੁਹਾਡੀ ਸਰਕਾਰ ਆਏਗੀ ਜਾਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤੇ, ਤੇ ਤੁਸੀਂ ਜੇ ਜਿੱਤ ਕੇ ਆਉਂਦੇ ਹੋ ਤਾਂ ਇਹ ਜਿਹੜੀ ਉਹਨਾਂ ਦੀ ਪਿੰਡ ਦੀ ਡੱਡੂ ਮਾਰੇ ਜਿਹੜਾ ਪਿੰਡ ਹੈ ਉਹਨਾਂ ਦੀ ਬਹੁਤ ਵੱਡੀ ਸਮੱਸਿਆ ਹੈ? ਦੇਖੋ ਜੀ, ਅਸੀਂ ਕਸਮ ਖਾਈ ਹੈ ਇਹ ਗੱਲ ਦੀ ਵੀ ਜਦੋਂ ਅਸੀਂ ਜਿੱਤਾਂਗੇ ਤਾਂ ਲਾਜ਼ਮ ਹੈ ਵੀ ਅਸੀਂ ਜਿੱਤਣਾ ਹੈ। ਅਸੀਂ ਜਿੱਤਾਂਗੇ ਤਾਂ ਅਸੀਂ ਸਭ ਤੋਂ ਪਹਿਲਾਂ ਸ਼ਾਹਪੁਰ ਕਲੋਨੀ ਜਿਹੜੀ ਹੈ ਤੁਸੀਂ ਦੇਖਿਆ ਉਹਨਾਂ ਦੇ ਵਿੱਚ, ਕਿਉਂਕਿ ਉੱਥੇ ਤਾਂ ਕਲੋਨੀ ਦਾ ਐਡਾ ਬੁਰਾ ਹਾਲ ਹੈ, ਨਾ ਤਾਂ ਉੱਥੇ ਪਾਣੀ ਦੀ ਨਿਕਾਸੀ ਹੈ, ਨਾ ਹੀ ਕੋਈ ਨਹਾਉਣੇ ਦਾ ਸਿਸਟਮ, ਨਾ ਬੱਚੇ ਪਰੇਸ਼ਾਨ, ਨਾ ਪੀਣੇ ਦਾ ਪਾਣੀ, ਨਾ ਬੜਾ ਪਰੇਸ਼ਾਨ ਹੈ। ਉੱਥੋਂ ਸ਼ੁਰੂਆਤ ਕਰਾਂਗੇ, ਔਰ ਉਸ ਤੋਂ ਬਾਅਦ ਜਦ ਅਸੀਂ ਡੋਰ ਟੂ ਡੋਰ ਕੀਤਾ ਡੱਡੂ ਮਾਰਾ ਪਿੰਡ ਦੇ ਵਿੱਚ, ਡੱਡੂ ਮਾਰਾ ਪਿੰਡ ਦੇ ਵਿੱਚ ਸਾਡੇ ਨਾਲ ਇੱਕ ਸਾਡੇ ਬ੍ਰਦਰ ਗਏ, ਉਹਨਾਂ ਦਾ ਤਾਂ ਪੈਰ ਵੀ ਮੁੜ ਗਿਆ, ਉੱਥੇ ਇੰਨਾ ਬੁਰਾ ਹਾਲ ਹੈ। ਮਤਲਬ ਜਿਹੜੀ ਆਪਾਂ ਗੱਲ ਕਰੀਏ ਵੀ ਸਮੱਸਿਆ ਡੱਡੂ ਮਾਜਰਾ ਦੇ ਵਿੱਚ ਇੱਕ ਸਮੱਸਿਆ ਨਹੀਂ ਹੈ। ਸਟੇਡੀਅਮ ਦਾ ਬੁਰਾ ਹਾਲ ਹੈ। ਉਹ ਕਹਿੰਦੇ ਜੀ ਜਿਮ ਖੁਲਵਾਈ ਸੀ ਜ਼ਰੂਰ, ਪਰ ਜਿਮ ਕਹਿੰਦੇ ਕਾਫੀ ਸਮੇਂ ਤੋਂ ਬੰਦ ਪਈ ਹੈ। ਸਮਾਨ ਜਿਹੜਾ ਜਿਮ ਦਾ ਕੋਈ ਸਮਾਨ ਹੁੰਦਾ ਉਹ ਸਭ ਨੂੰ ਜਰ ਲੱਗਿਆ ਹੋਇਆ। ਤੇ ਹੋਰ ਵੀ ਕਰਾਂਗੇ, ਜ਼ਰੂਰ ਕਰਾਂਗੇ, ਪੱਕਾ ਸ਼ੁਰੂਆਤ ਕਰਾਂਗੇ ਇੱਦਾਂ ਦੀ। ਜਿਸ ਤਰ੍ਹਾਂ ਤੁਸੀਂ ਸਟੇਡੀਅਮ ਦੀ ਗੱਲ ਕੀਤੀ ਹੈ ਤੇ ਜਿਮ ਦੀ ਗੱਲ ਕੀਤੀ ਹੈ, ਪਰ ਜਿਹੜੇ ਡੱਡੂ ਮਾਰੇ ਕਲੋਨੀ ਦੇ ਲੋਕ ਨੇ, ਇੱਧਰ ਜਿਹੜਾ ਹਾਊਸਿੰਗ ਬੋਰਡ ਹੈ ਜਾਂ ਉਹ ਵੀ ਹੈ, ਉਹਨਾਂ ਦੇ ਵੀ ਕਈ ਬੱਚੇ ਇੱਦਾਂ ਨੇ ਜਿਹੜੇ ਕਿ ਉਹ ਪਿੰਡ ਹੈ ਜਿਹੜਾ ਉਹਨਾਂ ਨੂੰ ਦੂਰ ਪੈਂਦਾ, ਉੱਥੇ ਖੇਲਣ ਵਾਸਤੇ ਕਲੋਨੀ ਦੇ ਵਿੱਚ ਅੱਜ ਤੱਕ ਕੋਈ ਇੱਦਾਂ ਦੀ ਚੀਜ਼ ਉਹਨਾਂ ਵਾਸਤੇ, ਖੇਲਣ ਵਾਸਤੇ ਕੋਈ ਗਰਾਊਂਡ ਨਹੀਂ ਹੈ। ਤੇ ਉਹ ਜਿਹੜੀ ਪ੍ਰੋਬਲਮ ਹੈ ਬੱਚਿਆਂ ਦੀ, ਜਿਹੜੇ ਨੌਜਵਾਨ ਨੇ ਉਹਨਾਂ ਦੀ ਪ੍ਰੋਬਲਮ ਹੈ ਜਿਹੜੀ ਸਟੇਡੀਅਮ ਵਾਸਤੇ ਵੀ ਉਹਨਾਂ ਦੀ ਇੱਕ ਡਿਮਾਂਡ ਹੈ ਇੱਥੇ ਜਿਹੜੀ ਕਲੋਨੀ ਦੀ ਹੈ। ਉਹ ਕਿੱਦਾਂ ਹੈ ਕਿ ਜਦ ਤੁਸੀਂ ਆਓਗੇ ਤਾਂ ਇਹ ਚੀਜ਼ਾਂ ਉਹਨਾਂ ਦੀਆਂ ਹੱਲ ਹੋਣਗੀਆਂ? ਇਸ ਵਿਸ਼ੇ 'ਤੇ ਅਸੀਂ ਗੱਲ ਕਰ ਲਈ ਹੋਈ ਹੈ ਜੀ। ਸਾਡੇ ਸ਼੍ਰੀ ਪਵਨ ਕੁਮਾਰ ਬੰਸਲ ਜੀ ਕਾਂਗਰਸ ਪਾਰਟੀ ਦੇ ਮਤਲਬ ਮੁਖੀਆ, ਜਿਹੜੇ ਰੀੜ੍ਹ ਦੀ ਹੱਡੀ ਜਿਹਨਾਂ ਨੂੰ ਕਹਿ ਦਈਏ, ਉਹਨਾਂ ਨਾਲ ਸਾਡੀ ਗੱਲ ਹੋ ਚੁੱਕੀ ਹੈ। ਵੈਸੇ ਕਮਲੇਸ਼ ਭੈਣ ਜੀ ਦੇ ਹੁੰਦਿਆਂ ਅਸੀਂ ਥੀਮ ਪਾਰਕ ਇੱਥੇ ਬਣਾਇਆ ਸੀ। ਇੱਕ ਥੀਮ ਪਾਰਕ ਦੇ ਵਿੱਚ ਕਾਫੀ ਜ਼ਿਆਦਾ, ਕਿਉਂਕਿ ਰਣਜੀ ਟਰੋਫੀ ਇੱਥੋਂ ਖੇਲੀ ਹੈ, ਕਈ ਜਿਹੜੇ ਖਿਲਾੜੀ ਗਏ ਨਾ ਇੰਟਰਨੈਸ਼ਨਲ ਖੇਲਣ ਵਾਸਤੇ, ਉਹਨਾਂ ਰਣਜੀ ਟਰੋਫੀ ਇੱਥੇ ਖੇਲ ਕੇ ਗਏ ਆ। ਬਹੁਤ ਅੱਛਾ ਇੱਕ ਸਟੇਡੀਅਮ ਬਣ ਗਿਆ ਸੀ, ਬਹੁਤ ਅੱਛਾ ਇੱਕ ਗਰਾਊਂਡ ਬਣ ਗਿਆ ਸੀ, ਪਰ ਇਹ ਸਰਕਾਰ ਆਈ ਉਸ ਤੋਂ ਬਾਅਦ ਉਹਨੂੰ ਖੱਤੇ ਵਿੱਚ ਤਬਦੀਲ ਕਰਤਾ ਫਿਰ ਇਹਨਾਂ ਨੇ ਦੁਬਾਰਾ। ਹੁਣ ਉੱਥੇ ਕੋਈ ਥੀਮ ਪਾਰਕ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿ ਗਿਆ, ਕੋਈ ਉਹਨਾਂ ਦਾ ਨਾਮ ਸੀ ਉਹ ਸਭ ਖਤਮ ਕਰ ਦਿੱਤਾ ਉੱਥੇ ਤੋਂ। ਤਾਂ ਅਸੀਂ ਉਹਨਾਂ ਦਾ ਗੱਲ ਕੀਤੀ ਹੋਈ ਹੈ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਪਹਿਲੇ ਸਾਡੀ ਸੱਤਾ ਵਿੱਚ ਸਰਕਾਰ ਆ ਜਾਵੇ, ਅਸੀਂ ਡੱਡੂ ਮਾਜਰਾ ਦੇ ਬੱਚਿਆਂ ਵਾਸਤੇ ਇੱਕ ਬਹੁਤ ਖੂਬਸੂਰਤ ਇੱਕ ਮੈਦਾਨ ਦੇਵਾਂਗੇ ਖੇਲਣ ਵਾਸਤੇ ਜੀ।
ਜਿੱਦਾਂ ਕਈ ਦੂਜੀਆਂ ਪਾਰਟੀਆਂ ਵੀ ਆ ਰਹੀਆਂ ਨੇ ਇੱਥੇ ਗਰੰਟੀ ਲੈ ਕੇ ਆ ਰਹੀਆਂ ਨੇ, ਕਈ ਪਾਣੀ ਦੇ ਮੁੱਦੇ ਦੀਆਂ ਗਰੰਟੀਆਂ ਨੇ, ਤੇ ਕਿੱਦਾਂ ਤੁਸੀਂ ਦੇਖਦੇ ਹੋ ਵੀ ਜਿਹੜੇ ਹੋਰ ਪਾਰਟੀਆਂ ਨੇ, ਤੁਹਾਡਾ ਕਿਸ ਤਰ੍ਹਾਂ ਲੱਗਦਾ ਵੀ ਤੁਹਾਡਾ ਜਿਹੜਾ ਪ੍ਰਚਾਰ ਹੈ ਕਿਸ ਤਰ੍ਹਾਂ ਹੋ ਰਿਹਾ ਡੱਡੂਆਂ ਦੇ ਵਿੱਚ? ਇਹ ਐਕਚੁਅਲ 'ਚ ਚੰਡੀਗੜ੍ਹ ਸੈਂਟਰ ਦਾ ਏਰੀਆ ਹੈ, ਦਿੱਲੀ ਨਹੀਂ ਹੈ। ਔਰ ਇੱਥੇ ਤੁਸੀਂ ਕੀ ਕਹਿ ਸਕਦੇ ਹੋ ਕਿ ਪਾਣੀ ਫ੍ਰੀ, ਬਿਜਲੀ ਫ੍ਰੀ, ਇਹ ਸਭ ਫਲਾਪੇ ਹੈ, ਇਹ ਕੁਛ ਨਹੀਂ ਹੈ, ਜੁਮਲੇ ਵਾਲੀਆਂ ਇੱਕ ਜਿਹੜਾ ਕੌਂਸਲਰ ਹੈ ਉਹਦੀ ਪਾਵਰ ਹੈਗੀ ਹੈ ਜਿਹੜੇ ਪਾਣੀ ਦੇ ਮੁੱਦੇ ਜਿਹੜੀ ਗਰੰਟੀ ਹੈ ਉਹਨਾਂ ਦੀ ਮਾਫ ਕਰਨ ਦੀ? ਨਹੀਂ ਬਿਲਕੁਲ ਵੀ ਨਹੀਂ, ਐਡਾ ਤਾਂ ਨਹੀਂ ਕਰ ਸਕਦਾ ਉਹ। ਕੌਂਸਲਰ ਦਾ ਕੰਮ ਹੈ ਵੀ ਆਪਣੇ ਜਿਹੜੇ ਏਰੀਆ ਦੇ ਵਿੱਚ ਜੋ ਪਾਰਕ ਹੈ ਉਹਨਾਂ ਦੀ ਜਿਹੜੀ ਸੂਚਨਾ ਹੈ ਉੱਥੇ ਤੱਕ ਪਹੁੰਚਾਉਣਾ ਕਿ ਸਭ ਠੀਕ ਨਹੀਂ ਹੈ। ਬਾਕੀ ਤਾਂ ਸਭ ਝੂਠ ਹੈ। ਇਹ ਕੌਂਸਲਰ ਨਹੀਂ ਐਡਾ ਵੱਡਾ ਕੰਮ ਕਰ ਸਕਦਾ ਵੀ ਮੈਂ ਤੁਹਾਨੂੰ ਇੱਦਾਂ ਕਰ ਦਾਂਗਾ, ਮੈਂ ਤੁਹਾਨੂੰ ਉਹ ਕਰ ਦਾਂਗਾ ਜੀ। ਤੇ ਇਹ ਸੀਗੇ ਜੀ ਸਾਡੇ ਨਾਲ ਜਤਿੰਦਰ ਸਿੰਘ ਤੋਤੀ ਜੀ, ਜਿਹੜੇ ਕਾਂਗਰਸ ਪਾਰਟੀ ਦੇ ਇੱਥੋਂ ਪ੍ਰਤਿਆਸ਼ੀ ਨੇ, ਤੇ ਉਹਨਾਂ ਦੇ ਸਮਰਥਨ ਵੀ ਹੈ ਸਾਡੇ ਨਾਲ ਜਿਹੜੇ सतीश मचल जी, आप कैसे देखते हैं डड्डूमारे के जो नगर निगम के चुनाव आ रहे हैं उसको, वार्ड नंबर आपके 26 में कैसे देखते हैं उसको? हम तो अपना ये जो डड्डूमारा जो 26 नंबर वार्ड है इसको तो ऐसे समझते हैं कि लोगों ने ना कहते हैं कि सौतेला जैसा व्यवहार कर रहे हैं हमसे, क्योंकि यहाँ पर देखा जो गरीब लोग जिन गरीब लोगों को बेसिक जो सुविधाएँ मिलती थी इन्होंने बीजेपी ने यही बंद कर दी। आपने देखा होगा कई गरीब लोगों को राशन मिलता था तो आज उन लोगों का राशन बंद कर दिया गया है, जो कि उनको ज़रूरत राशन की थी। इवन कि कोरोना के टाइम भी बंद किया उनका राशन। और ये एक बड़ी मतलब कि दुर्भाग्य की बात है कि हमें एक ऐसी बीजेपी सरकार के नुमाइंदों के बीच में रहना पड़ रहा है जो कि हर चीज़ को इग्नोर कर रही है, नासमझी कर रही है। और देखेंगे आप कि जो महंगाई इस टाइम चरम सीमा पर है, चाहे वो आप पानी का बिल ले लीजिए, चाहे वो सरसों का तेल की बोतल को ले लीजिए, 230 रुपये की हो चुकी है। तो महंगाई तो चरम सीमा पर है। ये तो वो सरकार है, ये कहते हैं भी हम गरीबी हटा देंगे, इन्होंने गरीब को ही हटा दिया। देखिए आप, ये कहते हैं जी हम ये इनके जो मेन जो मुखिया हैं वो कहते थे ये देश नहीं बिकने दूंगा, इन्होंने देश बेच दिया। सारी यहाँ पर सारा प्राइवेटेशन कर दिया इन्होंने। अभी पिछले 2 दिन पहले आपको एक चंडीगढ़ की जो इलेक्ट्रिसिटी जो डिपार्टमेंट जो बेनिफिट में चल रहा था उसको बेच दिया इन्होंने प्राइवेट ठेकेदारों के हाथ में। तो ये ऐसे तो ये काम कर रहे हैं, एक गरीब की सुनवाई बिल्कुल नहीं हो रही है। और रही बात देखिए कि आज जब वोट की बात होती है तो इस टाइम ये फिर दोबारा से हमसे किस मुंह से लेके हमसे वोट मांग रहे हैं। ना इन्होंने बच्चों के लिए खेलने के लिए कोई मैदान प्रोवाइड किया है, और ना ही कोई यहाँ तक कि डड्डूमारा की गवर्नमेंट स्कूल के अंदर भी स्पोर्ट्स टीचर नहीं है। मतलब इतनी अनदेखी हो रही है यहाँ पर। यहाँ के स्कूल, गवर्नमेंट स्कूल का बहुत बुरा हाल है। यहाँ पर आप देखेंगे 80 बच्चे, एक टीचर 80 बच्चे को पढ़ा रहा है, तो वो कैसे मैनेज करता होगा। हम तो ये कहते हैं कि डड्डूमारे के बच्चों का भविष्य भी अंधकार में है। बीजेपी की सरकार आते हैं यहाँ पर, तो हम सबसे पहले हम अपने जो कैंडिडेट जतेंद्र भाई तोती जी से हम यही बात करेंगे कि शिक्षा का जो यहाँ पर स्कूल के अंदर भी लगाम लगाई जाए, क्योंकि तकरीबन यहाँ पर 2000 बच्चा डड्डूमारे का यहाँ पर पढ़ता है पूरे। मचल जी, आप जैसे अभी आपने पीछे सोशल वर्कर का भी काम करते रहे हो, यहाँ पर जगह जगह पर जाकर जहाँ कूड़े के ढेर थे आपने उनकी आवाज़ उठाई है, और एक बाबा साहब भीमराव अंबेडकर शिक्षा संस्थान बनाया, उसको लेकर आपने एक RTI डाली थी। तो उसका भी लोगों में, आज आप लोगों के बीच में जाते हैं, उन पब्लिक के बीच में जाते हैं जिनके वो काम हुए हैं, तो उनसे कैसा रिस्पॉन्स मिल रहा है इसमें? देखिए वो जो हम समाज सेवी हैं, समाज सेवी थे और समाज सेवी तो हम रहेंगे। और बाबा साहब भीमराव अंबेडकर जी ने भी कहा है कि अगर जो समाज का उत्थान करना है तो हमने अपने बीच में से कैंडिडेट को राजनीति की तरफ हम उसको लेके जाना पड़ेगा, तभी वो हमारे हक की बात आगे कर सकते हैं। और रही बात जो स्कूल की जो हमने RTI डाली थी, उसमें भी अभी बहुत ज़्यादा गड़बड़ी है। कईयों ने उस चीज़ के जवाब नहीं दिए हमारी RTI के। वो क्यों करें, उसके लिए हम अलग से एक सिस्टम बना रहे हैं। तकरीबन 108 स्कूलों की RTI के जवाब हमारे पास आए थे और उसका हम मंथन कर रहे हैं। आफ्टर इलेक्शन हम उस पर आप कई लोगों के काम हुए थे उस टाइम, आपके पास लोग आते थे काम करवाने के लिए, उन लोगों के काम हुए हैं, तो उन लोगों को आज नगर निगम के चुनाव है उसको लेकर कैसा रिस्पॉन्स, कैसा? नगर निगम को उन्होंने बिल्कुल ही टोटली बीजेपी को नकार दिया है सर, क्योंकि काउंसलर ने कोई काम नहीं किया यहाँ पर। समाज सेवी लोगों ने काम किया, यहाँ पर NGOs ने काम किया है। अगर जो हम ये कहें तो उन लोगों ने बिल्कुल बीजेपी को नकार दिया, और कांग्रेस पार्टी को एक बहुत अच्छा मैंडेट देने वाले हैं वो 26 नंबर वार्ड से। तो लोगों का रुझान बदल चुका है सर। और हम भी यही गुजारिश करता हूँ आपके ट्राई सिटी न्यूज़ चैनल के माध्यम से लोगों से अपील करता हूँ कि डड्डूमारे के 26 नंबर वार्ड के जो लोग हैं
आने वाली 24 तारीख को कांग्रेस के उम्मीदवार जितेंद्र भाई तोती को जिताएं। और कांग्रेस पार्टी ही वो एक पुरानी पार्टी है जो गरीब लोगों के हितैषी की पार्टी है और गरीबों के हित के लिए सोचती है। तो हमारे साथ काफ़ी संघर्ष में जैसे प्रोटेस्ट होता था कहीं पर भी, तो ममता राणा जी हैं जो कई जगह पानी में पकोड़े तलते हुए भी देखे गए थे जब बीजेपी की सरकार थी। तो आज हम उनसे ही बात करेंगे। ममता राणा जी, महंगाई को लेकर आपने कई जगह प्रोटेस्ट भी किया है और यहाँ पर धरने प्रदर्शन भी किए हैं, तो आज कैसे देखते हैं आपके कांग्रेस के प्रत्याशी आज जगह जगह पर वोट मांगने जाते हो, तो कैसा लोगों का रुझान कैसा है? पहले तो आपका बहुत बहुत धन्यवाद। और जो आपने पकोड़े वाली बात कही है कि ये देखो 200 उस टाइम तो 200 रुपये था तेल, लेकिन आज 230 रुपये बॉटल होगी पर लीटर। और आज हम जनता के बीच जाते, महंगाई का मुद्दा तो सबसे बड़ा मुद्दा है और ये सच्चाई है कि हर लोग जो आज के समय में जो कांग्रेस को प्यार कर रहे हैं वो इसीलिए प्यार कर रहे हैं कि गरीबों की पार्टी हमेशा कांग्रेस पार्टी ही रही है। जब हम जनता के बीच में जाते हैं तो हमें ये पूरा आश्वासन हम उनको देते हैं और जनता भी हमें देती है कि जो हमारी 35 सीटें हैं हम सब जीत के अपना वहाँ पर दबदबा बनाएंगे और आने वाले समय में MP भी हमारा होएगा। क्योंकि अब अकेले तो हम इस महंगाई को कम नहीं कर सकते, लेकिन जनता का सहयोग हमें बहुत ज़रूरी होगा। ये सच है कि महंगाई तो पूरी चरम सीमा पर चल रही है इस टाइम। जैसे यहाँ पर कई पुराने काउंसलर थे, उन्होंने भी कहा भी हमने डडूमारा में बहुत काम करवाए हैं, लेकिन कुछ काम ऐसे हैं जो अभी तक नहीं हुए। आपने इतना अच्छा क्वेश्चन पूछा है मेरे से कि रात ही मैं एक फेसबुक पे खबर देख रही थी। जो यहाँ पर पूरे मेयर रहे राजेश कालिया, वो इतना झूठ बोल रहे थे कि उस न्यूज़ में वो ये बोल रहे थे कि जो डड्डू माजरे के अंदर जो अंधेरा छाया हुआ था और जो ये लाइटें लगाई थी, ये कहते सत्यप्रकाश अग्रवाल ने लगवाई थी। ये उनकी बात बिल्कुल सही है, इससे हम मुकर नहीं सकते कि ये सत्यप्रकाश अग्रवाल जी ने लगवाई थी। पर उन्होंने ये पूरी बात नहीं की है कि जो 5 साल का वो बीच में खा गए, बात फॉर्मूला वाली खा गए हैं। जिस टाइम में अग्रवाल जी यहाँ पर आए थे, यहाँ पर जब वो हमारे यहाँ पार्षद बने थे तो वो कांग्रेस पार्टी के पार्षद थे। तो ये जो बैंक खुलवाया ये भी सत्यप्रकाश अग्रवाल ने खुलवाया, उसमें हमारी सारी टीम होती थी। और जो ये कमेटी सेंटर हो गया और जो ये हाई मार्क्स देखो ऊपर को देखो आप, इस डड्डू माजरे के अंदर 12 या 16 हमारी पास हुई थी, वो भी सत्यप्रकाश अग्रवाल जी ने करवाई थी। और उसके बाद उन्होंने हमें 3.25 साल दिए सत्यप्रकाश अग्रवाल जी ने कांग्रेस के बीच में रहते हुए। उन 3.25 साल में जो काम हुआ, जो रोड का काम हुआ, ये नालों का काम हुआ, ये उस टाइम का पास हुआ। उसके बाद वो बीजेपी में चले गए किसी कारणवश से। उसके बाद फॉर्मूला जी आई, यानी कि हम बार बार जो चीख के बोलते 7 साल, ये वो 7 साल का उन्होंने उन 5 सालों को बीच में गैप कर दिया जो उनके यहाँ पार्षद फॉर्मूला जी रही हैं। और जब वो अग्रवाल जी बीजेपी में गए तो वहाँ से लेके और फॉर्मूला का पूरा जो सिस्टम था वो 7 साल का उन्होंने कोई काम नहीं किया। वो उन कामों को गिना रहे। मैं धन्यवाद कहूँगी राजेश कालिया भाई को कि देखो आप भी अपने मुख से हमारी कांग्रेस पार्टी की प्रशंसा कर रहे हो। उन्होंने ये तो कह दिया कि अग्रवाल ने ये कराया, पर जनता को ये नहीं बता रहे कि वो काम किसने करवाए। वो उस टाइम हमारे कांग्रेस के पार्षद थे, हमारे पवन कुमार बंसल जी ने उन्होंने भेजा था, हमारी सारी टीम उनके साथ थी। अगर आज डड्डू माजरे में PNB बैंक है तो वो पवन बंसल जी की देन है, और जो कमेटी सेंटर है वो भी पवन बंसल जी की देन है। लेकिन रात जो मैंने उनकी बाइट देखी तो ये हाई मार्क्स की जो वो बात करते हैं, मुझे भी याद है मेरे घर के पास एक हाई मार्क्स लगी हुई है और पिंड में भी है, अपनी कॉलोनी में भी, और जहाँ हम खड़े यहाँ भी है। ये सभी जो हमारे कांग्रेस के टाइम के पार्षद के टाइम में हुई है। लेकिन वो एक फॉर्मूला की बात नहीं कहते। देखो वो हमारी जनता को कितना झूठ बोल रहे हैं। मैंने रात उनकी 2-3 मिनट की वीडियो देखी तो मैं उनको एक बात से शुक्रिया और धन्यवाद कहूँगी कि आपको, आपके दिल में ये आपको पता है कि वाकई कांग्रेस पार्टी काम कराती है। पर उन्होंने ये नहीं बताया कि जब उनके बीजेपी जाने के बाद और जो फॉर्मूला जी का जो साथ रहा है उसके आपने कोई भी काम की बात नहीं बताई, क्योंकि उन्होंने काम नहीं किए। बताते तो वो जब भी अगर काम करते। तो आज आप वार्ड नंबर 26 की जो जनता है उससे क्या अपील क्या करना चाहिए? मैं वार्ड नंबर 26 नहीं, मैं पूरे 35 वार्डों से यही अपील करूंगी आपके माध्यम से कि हमें वो समय नहीं भूलना चाहिए कि बीजेपी सरकार ने हमारे लिए क्या किया है। उन्होंने हमें बिल्कुल एक धरती पे लगा दिया है और इस जो ये बीजेपी सरकार है इसको जड़ से उखाड़ने का काम करना चाहिए। और सभी से मेरी माताएं बहनें बुजुर्ग जो भी आज मेरी आवाज़ सुन रहे हो उनसे हाथ जोड़ के अपील है कि कांग्रेस पार्टी का कोई भी वर्कर 35 वार्डों में जहाँ भी है आप सब उनको सपोर्ट करिए, दिल से सपोर्ट करिए और कांग्रेस पार्टी को कामयाब बनाएं। कांग्रेस पार्टी
ਕੁਮਾਰ ਤੋਤੀ ਦੀ ਅਸੀਂ ਪੂਰੀ ਫੁੱਲ ਸਪੋਰਟ ਕਰ ਰਹੇ ਹਾਂ। ਕਾਂਗਰਸ ਦੇ ਸਾਡੇ ਅਸੀਂ ਵਰਕਰ ਹਾਂ, ਕੰਮ ਕਰ ਰਹੇ ਹਾਂ। ਪਹਿਲੇ ਵੀ ਅਸੀਂ ਜਿਸ ਟਾਈਮ ਕੋਵਿਡ ਸੀ ਉਸ ਟਾਈਮ ਕਾਂਗਰਸ ਦੀ ਰਸੋਈ ਭੁੱਖਾ ਨਾ ਸੋਏ ਕੋਈ, ਅਸੀਂ ਹਰ ਘਰ ਹਰ ਜਗ੍ਹਾ ਤੇ ਦਵਾਈਆਂ ਤੱਕ, ਲੰਗਰ ਤੱਕ, ਹਰ ਸੁੱਕਾ ਰਾਸ਼ਨ ਤੱਕ ਘਰ ਘਰ ਪਹੁੰਚਾਇਆ। ਕਿ ਉਸ ਟਾਈਮ ਕੋਵਿਡ ਦੇ ਟਾਈਮ ਤੁਹਾਨੂੰ ਕੋਈ ਬੀਜੇਪੀ ਸਰਕਾਰ ਨਹੀਂ ਦਿਖ ਰਹੀ ਸੀ ਕੋਈ ਉਰੇ ਹੈਗੀ ਜਾਂ ਨਹੀਂ ਹੈ। ਉਸ ਟਾਈਮ ਸਿਰਫ ਕਾਂਗਰਸ ਨੇ ਹੀ ਕੰਮ ਕੀਤੇ ਘਰ ਘਰ ਜਾ ਕੇ। ਅੱਜ ਸਾਨੂੰ ਉਹਨਾਂ ਦਾ ਫੁੱਲ ਸਪੋਰਟ ਮਿਲ ਰਿਹਾ। ਹਰ ਬੰਦਾ ਕਹਿ ਰਿਹਾ ਕਿ ਜਿਸ ਟਾਈਮ ਸਾਨੂੰ ਜਿਸ ਬੰਦੇ ਨੇ ਸਪੋਰਟ ਕੀਤੀ ਹੈ ਅਸੀਂ ਉਹਨੂੰ ਪੂਰੇ ਆਪਣਾ ਵੋਟਾਂ ਨਾਲ ਫੁੱਲ ਵੋਟ ਸਪੋਰਟ ਨਾਲ ਵੋਟ ਔਰ ਸਪੋਰਟ ਨਾਲ ਜਿਤਾਵਾਂਗੇ। ਕਿਉਂਕਿ ਜਿਸ ਬੰਦੇ ਨੇ ਕੰਮ ਕੀਤੇ ਆ ਵੋਟ ਉਸੇ ਨੂੰ ਮਿਲਦੀ ਹੈ। ਕਿਉਂਕਿ ਉਸ ਟਾਈਮ ਆਪਾਂ ਨਾ ਜਿਹੜੇ ਕਾਂਗਰਸ ਦੇ ਕੰਮ ਕੀਤੇ ਆ ਉਹਨਾਂ ਕਰਕੇ ਹੀ ਅੱਜ ਤੋਤੀ ਭਾਜੀ ਫੁੱਲ ਸਪੋਰਟ 'ਚ ਹੈ। ਹਰ ਬੰਦਾ ਕਹਿ ਰਿਹਾ ਹੈ ਕਿ ਆਪਾਂ ਕਾਂਗਰਸ ਨੂੰ ਵੋਟ ਪਾਣੀ ਹੈ ਔਰ ਕਾਂਗਰਸ ਨੂੰ ਜਿਤਾਉਣਾ ਹੈ। ਪ੍ਰਿੰਸ ਜੀ, ਜਿੱਦਾਂ ਤੁਸੀਂ ਮਾਰਕੀਟ ਦੇ ਅੰਦਰ ਵੀ ਰਹਿੰਦੇ ਹੋ ਤੇ ਤੁਹਾਡੇ ਕੋਲ ਬਹੁਤ ਲੋਕਾਂ ਦਾ ਆਣਾ ਜਾਣਾ ਵੀ ਲੱਗਿਆ ਰਹਿੰਦਾ ਹੈ, ਕਿਸ ਤਰ੍ਹਾਂ ਲੱਗਦਾ ਵੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਜਿਹੜੇ ਨਗਰ ਨਿਗਮ ਦੇ ਚੁਣਾਵ ਹੈ ਤੇ ਕਿੱਦਾਂ ਦਾ ਰਿਸਪੌਂਸ ਕਿੱਦਾਂ ਦਾ ਮਿਲਦਾ? ਸਰ ਸਾਨੂੰ ਫੁੱਲ ਸਪੋਰਟ ਮਿਲ ਰਹੀ ਹੈ ਕਿਉਂਕਿ ਜੇ ਕੰਮ ਕੀਤਾ ਹੈ ਤੇ ਸਾਨੂੰ ਅੱਜ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਮਿਲ ਰਿਹਾ ਕਿ ਜੋ ਨਕਾਰਾ ਕਰ ਰਿਹਾ ਵੀ ਨਹੀਂ ਹੈ ਕਾਂਗਰਸ ਨੂੰ ਦੇਣੀ ਹੈ। ਇਹ ਕੰਮ ਕੀਤੇ ਸਾਡੇ ਬੋਰਿਆ ਜਾਂ ਅਸੀਂ ਟੈਲਾਂ ਵੀ ਲਵਾਈਆਂ, ਕਮੈਂਟ ਸੈਂਟਰ ਬਣਾਇਆ, ਬੈਂਕ ਬਣਾਇਆ। ਅੱਜ ਜਿਹੜੇ ਗੰਦ ਦੇ ਵਿੱਚ ਅਸੀਂ ਡੰਪਿੰਗ ਗਰਾਊਂਡ ਦੇ ਉੱਪਰ ਬੈਠੇ ਹਾਂ, ਹਰ ਜਗ੍ਹਾ ਤੇ ਅਸੀਂ ਅੱਗੇ ਵੱਧ ਚੜ੍ਹ ਕੇ ਕਾਂਗਰਸ ਨੇ ਵਰਕਰ ਕੰਮ ਕੀਤਾ ਹੈ। ਤੇ ਉਸ ਵਿੱਚ ਸਾਨੂੰ ਜਦੋਂ ਕੋਵਿਡ ਦੇ ਵੀ ਅਸੀਂ ਮਸਜਿਦ ਵਿੱਚ ਕੈਂਪ ਲਵਾਏ हैं, हर काम में बढ़ चढ़ के अगे रहे हैं। तो अज सानू आपे फुल सपोर्ट मिली है क्योंकि सानू नहीं सारे काम में सपोर्ट मिल रही है। सबसे पहले आपका बहुत बहुत धन्यवाद टाइम न्यूज़ का जो आप हमारे बीच में पहुंचे हैं। और मैं वार्ड नंबर 26 के जितने भी हमारे एरिए हैं सभी से अपील करना चाहूँगा कि आप लोगों ने 7 साल नरक भुगत लिया है, अब दोबारा से ऐसी कोई गलती ना करना। अपना बहुमूल्य वोट जो है कांग्रेस को दो और जितेंद्र कुमार तोती जी को यहाँ से भारी मतों से कामयाब बनाएं और ताकि हम अपनी लड़ाई जारी रखें। इनको मेयर बनाने की, इनको मेयर बना के भी लेके आएंगे आप लोगों के बीच में। तो धन्यवाद सर। ਅਸੀਂ ਅਪੀਲ ਕਰਨਾ ਚਾਹਾਂਗੇ ਕਿ ਹੁਣ ਸਾਰੀ ਪਾਰਟੀਆਂ ਨੂੰ ਅਸੀਂ ਦੇਖ ਲਿਆ। ਕਦੇ ਅਸੀਂ ਵੀ ਸੋਚਿਆ ਸੀ ਕਿ ਇਹ ਬਦਲਾਵ ਆਉਣਾ ਚਾਹੀਦਾ ਦੇਸ਼ ਦੇ ਅੰਦਰ, ਤੇ ਬੀਜੇਪੀ ਪਾਰਟੀ ਆਈ ਸੀ। ਉਹਨਾਂ ਦੇ ਜੁਮਲਿਆਂ ਨੇ ਸਾਡਾ ਤਾਂ ਦਿਮਾਗ ਖਰਾਬ ਕਰਤਾ ਹੈ। ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੋ ਏਰੀਆ ਕੇ ਬਸ਼ਿੰਦਾ ਹੈ ਤੇ ਜੋ ਵੀ ਕਾਂਗਰਸ ਪਾਰਟੀ ਨੇ ਸਾਨੂੰ ਉਮੀਦਵਾਰ ਦਿੱਤਾ ਸੀ ਉਸ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਚੜ ਕੇ ਅਸੀਂ ਤੋਤੀ ਵੀਰ ਜੀ ਨੂੰ ਜਿਤਾਈਏ। ये थे जी हमारे साथ कांग्रेस पार्टी के जो उम्मीदवार हैं यहाँ से जितेंद्र सिंह तोती जी, और उन्होंने बताया कि यहाँ पर जितनी समस्याएं थी वो आने वाले टाइम में अगर हम जीत कर आते हैं तो ये सारी समस्याएं हल हो जाएंगी। और डड्डू मारे पिंड की भी जो सड़कों की समस्या थी, शाहपुर कॉलोनी की जो समस्या है, वो सारी उन्होंने बताई कि ये सारी चीज़ें हल हो जाएंगी। मैं प्रीत सिंह काकड़ा, ट्राई सिटी न्यूज़ 24 चंडीगढ़।